ऐसा कोई महबूब न होगा, न कहीं है बैठा है चटाई पे मगर अर्श नशी है। माशाल्लाह, जज़ाकल्लाह। जी, आज ਦੀ ਤਕਰੀਬ ਦਾ ਮਕਸਦ ਜਿਹੜਾ ਬਕਾਇਦਾ ਮੈਂ ਉਹਦਾ ਤੁਹਾਨੂੰ ਥੋੜਾ ਜਿਹਾ ਤਾਰਫ ਕਰਵਾਉਂਦਾ ਜਾਵਾਂ। ਸਾਡੇ ਪਿੰਡ ਅੱਗੇ 2 ਵਾਟਰ ਫਿਲਟਰੇਸ਼ਨ ਪਲਾਂਟ ਲੱਗੇ ਨੇ ਜਿਹੜੇ ਕਿ ਸਾਡੇ ਬਿਰੋਨੇ ਮਾਲਕ ਭਾਈ ਨੇ ਉਹਨਾਂ ਦੇ ਤਾਵਨ ਨਾਲ ਹੀ ਮੁਮਕਨ ਹੋਏ ਨੇ। ਇਹ ਤੀਸਰਾ ਵਾਟਰ ਫਿਲਟਰੇਸ਼ਨ ਪਲਾਂਟ ਇਸ ਦਾਇਰੇ ਵਿੱਚ ਲੱਗਾ ਵੇ। ਇਹ ਲਵਾਇਆ ਤੇ ਮਿਰਜ਼ਾ ਬਰਾਦਰਾਨ ਨੇ ਆਪਣੀ ਮਦਦ ਆਪ ਦਿੱਤਾ ਹੈ ਤੇ ਲੇਕਿਨ ਉਹਨਾਂ ਦੀ ਖੁਆਇਸ਼ ਸੀ ਕਿ ਵੀ ਖੁਸ਼ਹਾਲ ਪਹਾੜਿਆਂ ਵਾਲੀ ਸੁਸਾਇਟੀ ਦੇ ਪਲੇਟਫਾਰਮ ਤੋਂ ਹੀ ਇਹਦੀ ਤਾਰਫ ਕਰਾਇਆ ਜਾਏ ਇਹਦਾ, ਕਿਉਂਕਿ ਜ਼ਾਰੀ ਗੱਲ ਅੱਗੇ ਵੀ ਉਹੀ ਡੋਨੇਸ਼ਨ ਦਿੰਦੇ ਨੇ, ਅੱਗੂ ਵੀ ਉਹਨੇ ਡੋਨੇਸ਼ਨ ਦੇਣਾ ਵੇ ਤੇ ਉਹਨਾਂ ਦੀ ਖੁਆਇਸ਼ ਸੀ ਕਿ ਅਸੀਂ ਸੁਸਾਇਟੀ ਦੇ ਨਾਲ ਨਾਲ ਚੱਲਦੇ ਹਾਂ, ਇਸ ਪਿੰਡ ਨੂੰ ਜਿੰਨਾ ਬਿਹਤਰ ਕਰ ਸਕਨੇ ਆ ਕਰਦੇ ਲੱਗ ਜਾਈਏ। ਉਹਦੇ ਬਾਅਦ ਇੱਕ ਤੇ ਸਾਡੇ ਮਹਿਮਾਨ ਖਸੂਸੀ ਜਨਾਬ ਨਾਸਰ ਅਬਾਸ ਤਾਰੜ ਸਾਹਿਬ ਤਸ਼ਰੀਫ ਲੈ ਚੁੱਕੇ ਨੇ। ਦੂਸਰਾ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ ਕਿ ਆਪਣਾ ਕੀਮਤੀ ਵਕਤ ਵਿੱਚੋਂ ਕੋਈ ਥੋੜਾ ਜਿਹਾ ਟਾਈਮ ਸਾਡੇ ਵਾਸਤੇ ਕੱਢਿਆ ਹੋਵੇ। ਤੇ ਉਹਦੇ ਬਾਅਦ ਅਸੀਂ ਸ਼ੁਕਰੀਆ ਅਦਾ ਕਰਨੇ ਆ ਉਹਨਾਂ ਡੋਨਰਸ ਦਾ, ਉਹਨਾਂ ਦੇ ਬਜ਼ੁਰਗਾਨ ਬੈਠੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਹੈ ਕਿ ਉਹਨਾਂ ਐਡੇ ਕਾਬਲ ਤੇ ਮਾਸ਼ਾਅੱਲਾ ਬਾਸ਼ਊਰ ਬੇਟੇ ਜਿਹੜੇ ਉਹਨਾਂ ਦੇ ਘਰ ਜਨਮ ਲਿਆ ਉਹਨਾਂ, ਕਿ ਜਿਹੜੇ ਆਪਣੇ ਪਿੰਡ ਦਾ ਅਹਿਸਾਸ ਰੱਖਦੇ ਨੇ, ਆਪਣੇ ਪਿੰਡ ਨੂੰ ਬਿਹਤਰ ਕਰਨਾ ਚਾਹੁੰਦੇ ਨੇ। ਉਹਦੇ ਵਾਸਤੇ ਮੈਂ ਕਿਉਂਕਿ ਇਫਤਾਰੀ ਵਿੱਚ ਟਾਈਮ ਥੋੜਾ ਰਹਿ ਜਾਣਾ ਤੇ ਦਾਅਵਤ ਦੇਣਾ ਚਾਹਾਂਗਾ ਜਨਾਬ ਬਾਬਾ ਸਨਾਬਤ ਸਾਹਿਬ ਨੂੰ, ਉਹ ਤਸ਼ਰੀਫ ਲਿਆਉਣ ਸਟੇਜ ਉੱਤੇ ਤੇ ਥੋੜਾ ਜਿਹਾ ਇਜ਼ਹਾਰ ਤਸ਼ੱਕਰ ਆਪਣਾ ਫਰਮਾਉਣਾ ਚਾਹੁੰਦੇ ਨੇ, ਉਹ ਹੁਣ ਮਿਹਰਬਾਨੀ। बिस्मिल्लाहिर्रहमानिर्रहीम। जनाब नासर अब्बास तारड़ साहिब, आज दे मेहमान खसूसी, स्टेज ते बैठे हुए साडे बरादरी दे वड्डे, सेरे साडे सिरां दे ताज और नौजवान दोस्तों, जिस तरह रबील साहब ने तारफ करांदा आखिया कि पाड़े वाली पिंड दा ये तीसरा फिल्ट्रेशन प्लांट है। जिस वक्त इसका इरादा किया और ये कमरे की तामीर कर रहे सी तो उस वक्त ख्याल ये सी कि असी भी डोनेशन आ जाएगी और इत्थे प्लांट लगा देंगे, लेकिन साडी बरादरी दे दोस्तां ने जिन्हां विच मिर्जा जहूर अहमद साहब, जिन्हां दा एक बहुत बड़ा किरदार खुशहाल पहाड़े वाली सोसाइटी की तश्कील के अंदर, इब्तदाई डोनर्स के अंदर एक बहुत बड़ा किरदार है। उन्होंने मिर्जा बशारत साहब ने, मिर्जा इमरान साहब ने क्या कि नहीं असी ये प्लांट भी खुद ही डोनेट करांगे। तकरीबन 3 माह का अरसा होया है साडा ये मिर्जा बरादरान का ग्रुप जिहड़ा है बने, और 3 माह के अरसे के अंदर तकरीबन 7 लाख रुपए के काम जिहड़े ने वो इस डोनेशन, इस वाटर फिल्ट्रेशन प्लांट समेत असी कर रहे हैं। काबिले जिक्र जिहड़ी गल ये है कि हले एक बारी भी असी बाकायदा तौर पर एक बारी डोनेशन नहीं मंगी, सिर्फ एक ग्रुप बनाया जहूर साहब ने, उन्होंने बाकी लोगों को दे अंदर शामिल किया, इरादा किया, अनाउंसमेंट की कि यार असी ये चाहते हैं कि अपने महल्ले के अंदर जिहड़ा ना वो वाटर फिल्ट्रेशन प्लांट लगाया जाए। कमरे वास्ते डोनेशन शुरू हो गई,
ਜਿਸ ਵਕਤ ਕਮਰਾ ਤਾਮੀਰ ਹੋਵਾ ਜਿਸ ਦਾਰੇ ਦੇ ਅੰਦਰ ਬੈਠੇ ਆ ਮੈਂ ਸਮਝਣਾ ਕਿ ਇਹਦੀ ਤਾਮੀਰ ਦੇ ਅੰਦਰ ਅਗਰ ਇਹਨਾਂ ਬਜ਼ੁਰਗਾਂ ਦਾ ਖੂਨ ਸ਼ਾਮਲ ਹੈ ਜਿਸ ਤਰ੍ਹਾਂ ਅਸੀਂ ਆਪਣੇ ਵੱਡਿਆਂ ਕੋਲ ਸੁਣਦੇ ਆਏ ਕਿ ਆਏ ਤਾਂ ਤਕਰੀਬਨ 70 ਸਾਲ ਪਹਿਲੇ ਜਦੋਂ ਇਹਨਾਂ ਨੇ ਕੁਝ ਮਖਸੂਸ ਹਾਲਾਤ ਦੇ ਅੰਦਰ ਇਰਾਦਾ ਕੀਤਾ ਕਿ ਜੀ ਅਸੀਂ ਆਪਣਾ ਦਾਰਾ ਔਰ ਆਪਣੀ ਮਸਜਿਦ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਇਹਨਾਂ ਦੇਰ ਰਾਤ ਕਾਵਸ਼ ਕਰਕੇ ਮਿਹਨਤ ਕੋਸ਼ਿਸ਼ ਕਰਕੇ ਔਰ ਇਹ ਇੱਕ ਵਿਰਸਾ ਇਸ ਨੇਸ਼ਨ ਨੂੰ ਦਿੱਤਾ ਇਸ ਨਈ ਜਨਰੇਸ਼ਨ ਨੂੰ ਦਿੱਤਾ ਮੈਂ ਸਮਝਣਾ ਅੱਜ ਮਿਰਜ਼ਾ ਬਰਾਦਰਾਨ ਦੇ ਨੌਜਵਾਨ ਦਾ ਜਜ਼ਬਾ ਕਾਬਲੇ ਤਾਰੀਫ ਹੈ ਕਿ ਉਹ ਹੀ ਜਜ਼ਬਾ ਜਿਹੜਾ ਅੱਜ ਤੋਂ ਕਈ ਸਾਲ ਪਹਿਲੇ ਸਾਡੇ ਬਜ਼ੁਰਗਾਂ ਦੇ ਅੰਦਰ ਇਹ ਦਾਰਾ ਔਰ ਮਸਜਿਦ ਬਣਾਉਣੇ ਦਾ ਔਰ ਵੈਲਫੇਅਰ ਦਾ ਮੈਂ ਸਮਝਦਾ ਉਸ ਵਕਤ ਵੀ ਜਿਹੜਾ ਜਜ਼ਬਾ ਇਹਨਾਂ ਬਜ਼ੁਰਗਾਂ ਅੰਦਰ ਮੌਜੂਦ ਸੀ ਅੱਜ ਸਾਡੀ ਨਈ ਜਨਰੇਸ਼ਨ ਨੇ ਉਹਦਾ ਬੇੜਾ ਚੁੱਕ ਲਿਆ ਹੈ ਉਹਨਾਂ ਨੇ ਇਹਨੂੰ ਬਣਾਉਣ ਦਾ ਇਹਨੂੰ ਸਵਾਰਨ ਦਾ ਔਰ ਨਾ ਸਿਰਫ ਇਹ ਕਿ ਆਪਣਾ ਦਾਰਾ ਔਰ ਮਸਜਿਦ ਬਲਕਿ ਪਿੰਡ ਦੀ ਸਤਹ ਦੇ ਉੱਤੇ ਵੀ ਅਗਰ ਵੇਖਿਆ ਜਾਏ ਕਿ ਖੁਸ਼ਹਾਲ ਪੜ੍ਹਿਆ ਵਾਲੀ ਸੁਸਾਇਟੀ ਦੇ ਅੰਦਰ ਇੱਕ ਬਹੁਤ ਬੜਾ ਕੰਟਰੀਬਿਊਸ਼ਨ ਜਿਹੜਾ ਹੈ ਉਹ ਸਾਡੇ ਉਹਨਾਂ ਭਰਾਵਾਂ ਦਾ ਬਰਾਦਰੀ ਦੇ ਉਹਨਾਂ ਦੋਸਤਾਂ ਦਾ ਹੈ ਕਿ ਜਿਹੜੇ ਓਵਰਸੀਜ਼ ਬੈਠੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਅਗਰਚੇ ਉਹ ਮਿਹਨਤ ਮਜ਼ਦੂਰੀ ਕਰਦੇ ਨੇ ਲੇਕਿਨ ਉਹਨਾਂ ਇਹ ਤੈਯਾ ਕੀਤਾ ਹੈ ਕਿ ਅਸੀਂ ਆਪਣੀ ਆਮਦਨੀ ਦਾ ਇੱਕ ਮਖਸੂਸ ਹਿੱਸਾ ਅੱਲਾ ਦੀ ਰਾਹ ਦੇ ਵਿੱਚ ਖਰਚ ਕਰਕੇ ਅੱਲਾ ਦੇ ਲੋਕਾਂ ਦੇ ਉੱਤੇ ਖਰਚ ਕਰਕੇ ਇਸ ਮੁਆਸ਼ਰੇ ਦੀ ਵੈਲਫੇਅਰ ਵਾਸਤੇ ਖਰਚ ਕਰਕੇ ਉਹ ਲੋਕ ਜਿਹੜੇ ਡਿਜ਼ਰਵਿੰਗ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਰਾਤ ਦੇ ਅੰਧੇਰੇ ਦੇ ਅੰਦਰ ਉਹਨਾਂ ਦੀ ਮਦਦ ਕਰਕੇ ਅਸੀਂ ਇਹ ਅੱਲਾ ਦੀ ਜन्नत ਦਾ ਹੱਕਦਾਰ ਠਹਿਰਨਾ ਹੈ ਬਿਲਕੁਲ ਇਹ ਜਜ਼ਬਾ ਹੈ ਔਰ ਇਸ 3 ਮਾਹ ਦੇ ਅਰਸੇ ਦੇ ਦੌਰਾਨ ਜਿਸ ਵਕਤ ਇਹ ਸਾਰੇ ਕੰਮ ਹੋਏ ਅਸੀਂ ਉਹਨਾਂ ਆਪਣੇ ਮਹੱਲੇ ਦੇ ਔਰ ਬਰਾਦਰੀ ਦੇ ਦੋਸਤਾਂ ਨੂੰ ਔਰ ਘਰਾਂ ਨੂੰ ਵੀ ਵੇਖਿਆ ਜਿਨ੍ਹਾਂ ਦੀ ਇਹ ਜ਼ਰੂਰਤ ਸੀ ਔਰ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਖੁਸ਼ਹਾਲ ਸੁਸਾਇਟੀ ਪਾੜਾ ਵਾਲੀ ਦੇ ਸਦਰ ਜਾਬੇ ਜ਼ਹੀਰ ਬਾਬਰ ਔਰ ਉਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਸਾਡੀ ਇਸ ਖਾਹਿਸ਼ ਦਾ ਇਤਰਾਮ ਕੀਤਾ ਕਿ ਅਸੀਂ ਇਹ ਫਿਲਟਰੇਸ਼ਨ ਪਲਾਂਟ ਵੀ ਉਹਨਾਂ ਦੋ ਫਿਲਟਰੇਸ਼ਨ ਪਲਾਂਟ ਦੇ ਅੰਦਰ ਸ਼ਾਮਲ ਕਰਨਾ ਚਾਹੁੰਦੇ ਆ ਕਿ ਜਿਹੜੇ ਆਲਰੇਡੀ ਇਹਨਾਂ ਦੀ ਜ਼ੇਰੇ ਨਿਗਰਾਨੀ ਚੱਲ ਰਹੇ ਨੇ ਔਰ ਇਨਸ਼ਾਅੱਲਾ ਮੈਂ ਆਪਣੇ ਬਜ਼ੁਰਗਾਂ ਦੀ ਮੌਜੂਦਗੀ ਦੇ ਅੰਦਰ ਔਰ ਆਪਣੇ ਨੌਜਵਾਨਾਂ ਦੇ ਭਰੋਸੇ ਦੇ ਉੱਤੇ ਇਸ ਫੋਰਮ ਦੇ ਉੱਤੇ ਖੜੇ ਹੋ ਕੇ ਇਹ ਗੱਲ ਕਰਦਾ ਕਿ ਇਨਸ਼ਾਅੱਲਾ ਖੁਸ਼ਹਾਲ ਸੁਸਾਇਟੀ ਪੜ੍ਹਿਆ ਵਾਲੀ ਦੇ ਸ਼ਾਨਾ ਬਿਸ਼ਾਨਾ ਮਿਰਜ਼ਾ ਬਰਾਦਰਾਨ ਨੇ ਇਹ ਜਿਹੜਾ ਇੱਕ ਗਰੁੱਪ ਬਣਾਇਆ ਹੈ ਮਿਰਜ਼ਾ ਬਰਾਦਰਾਨ ਦੇ ਨੌਜਵਾਨ ਜਿਹੜੇ ਇੱਕ ਪਲੇਟਫਾਰਮ ਦੇ ਇਸ ਵਕਤ ਇਸ ਦਾਰੇ ਦੇ ਅੰਦਰ ਸਾਡੀ ਬਰਾਦਰੀ ਦੇ तमाम ਟੱਬਰਾਂ ਦੇ ਸਾਰੇ ਲੋਕ ਮੌਜੂਦ ਨੇ ਮੇਰੀ ਸੁਬਹ ਜ਼ਹੂਰ ਸਾਹਿਬ ਨਾਲ ਗੱਲ ਹੋ ਰਹੀ ਸੀ ਮੈਂ ਕਿਹਾ ਜ਼ਹੂਰ ਸਭ ਤੋਂ ਬੜਾ ਕੰਮ ਜੋ ਹੋਇਆ ਹੈ ਮੈਂ ਸਮਝਦਾ ਪੈਸਾ ਇਕੱਠਾ ਕਰਨਾ ਸਾਡੇ ਵਾਸਤੇ ਕੰਮ ਹੀ ਕੋਈ ਨਹੀਂ ਨਾ ਜੀ ਅਸੀਂ ਇੱਕ ਕਾਲ ਦੀਏ ਤੇ ਅਸੀਂ ਜਿਤਨੇ ਪੈਸੇ ਇਕੱਠੇ ਕਰਨਾ ਚਾਹੀਏ ਸਾਡੇ ਵਾਸਤੇ ਪੈਸਾ ਇਕੱਠਾ ਕਰਨਾ ਤੇ ਕੰਮ ਹੀ ਕੋਈ ਨਹੀਂ ਹੈ ਸਭ ਤੋਂ ਬੜਾ ਉਹ ਅਵੇਅਰਨੈਸ ਹੈ ਕਿ ਜਿਹੜੇ ਸਾਡੇ ਨੌਜਵਾਨਾਂ ਦੇ ਵਿੱਚ ਪੈਦਾ ਹੋਈ ਹੈ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਆ ਗਏ ਨੇ ਸਾਰੇ ਜਿਹੜਾ ਇਕੱਠੇ ਹੋ ਗਏ ਨੇ ਔਰ ਸਾਰਿਆਂ ਦੇ ਅੰਦਰ ਵੈਲਫੇਅਰ ਦਾ ਜਜ਼ਬਾ ਪੈਦਾ ਹੋਇਆ ਹੈ ਦੂਜਿਆਂ ਵਾਸਤੇ ਜੀਣੇ ਦਾ ਜਜ਼ਬਾ ਪੈਦਾ ਹੈ ਦੂਜਿਆਂ ਦੀ ਮਦਦ ਦਾ ਜਜ਼ਬਾ ਪੈਦਾ ਹੈ ਔਰ ਮੈਂ ਸਮਝਦਾ ਕਿ ਰਮਜ਼ਾਨ ਦੇ ਇਸ ਮਹੀਨੇ ਦਾ ਦਰਸ ਵੀ ਇਹੀ ਹੈ ਕਿ ਹਰ ਕੋਈ ਆਪਣੇ ਵਾਸਤੇ ਜਿੰਦਾ ਹੈ ਹਰ ਕੋਈ ਆਪਣੀ ਜ਼ਰੂਰੀਅਤ ਪੂਰੀ ਕਰ ਰਿਹਾ ਹੈ ਅਸਲ ਕੰਮ ਇਹ ਹੈ ਕਿ ਆਪਣੀ ਜ਼ਰੂਰੀਅਤ ਦੇ ਨਾਲ ਨਾਲ ਉਹਨਾਂ ਲੋਕਾਂ ਦੀ ਜ਼ਰੂਰੀਅਤ ਦਾ ਖਿਆਲ ਰੱਖਣਾ ਕਿ ਜਿਹੜੇ ਨੀਡੀ ਨੇ ਜਿਹੜੇ ਜ਼ਰੂਰਤਮੰਦ ਨੇ ਮੈਂ ਸ਼ੁਕਰੀਆ ਅਦਾ ਕਰਨਾ ਅੱਜ ਦੇ ਮਹਿਮਾਨ ਖਸੂਸੀ ਜਨਾਬ ਨਾਸਰ ਅਬਾਸ ਤਾਰੜ ਸਾਹਿਬ ਉਹਨਾਂ ਨਾਲ ਕਿ ਉਹ ਸਾਡੀ ਦਾਵਤ ਦੇ ਉੱਤੇ ਆਪਣੇ ਕੀਮਤੀ ਵਕਤ ਵਿੱਚੋਂ ਵਕਤ ਕੱਢ ਕੇ ਇੱਥੇ ਤਸ਼ਰੀਫ ਲਿਆਏ ਨੇ ਸਾਡੇ ਸਾਰੇ ਬਜ਼ੁਰਗਾਂ ਦਾ ਵੀ ਸ਼ੁਕਰੀਆ ਕਿ ਉਹ ਸਾਡੀ ਇਸ ਤਨਜ਼ੀਮ ਦੇ ਸਿਰੇ ਉੱਤੇ ਮੌਜੂਦ ਨੇ ਹਰ ਵਕਤ ਇੱਥੇ ਮੌਜੂਦ ਹੁੰਦੇ ਨੇ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ ਯਕੀਨ ਕਰੋ ਜਿਸ ਵਕਤ ਇਹਨਾਂ ਬਜ਼ੁਰਗਾਂ ਨੂੰ ਵੇਖੀਦਾ ਤੇ ਦਿਲ ਖੁਸ਼ ਹੁੰਦਾ ਹੈ ਔਰ ਇਹਨਾਂ ਬਜ਼ੁਰਗਾਂ ਨੂੰ ਵੇਖ ਕੇ ਸੀਨਾ ਚੌੜਾ ਹੁੰਦਾ ਹੈ ਔਰ ਅਸੀਂ ਮਹਿਸੂਸ ਕਰਦੇ ਹਾਂ ਸਾਡੇ ਉੱਤੇ ਇਹਨਾਂ ਦਾ ਸਾਇਆ ਅੱਲਾ ਤਾਂ ਕਿਆਮਤ ਕਾਇਮ ਰੱਖੇ ਔਰ ਜਿਸ ਵਕਤ ਆਪਣੇ ਨੌਜਵਾਨਾਂ ਔਰ ਦੋਸਤਾਂ ਦਾ ਜਜ਼ਬਾ ਵੇਖੀਦਾ ਉਹਦੀ ਤਾਰੀਫ ਕਰਨਾ ਮੇਰੇ ਵਾਸਤੇ ਮੁਮਕਿਨ ਨਹੀਂ ਉਹ ਲੋਕ ਦੋਸਤ ਜਿਹੜੇ ਇੱਥੇ ਮੌਜੂਦ ਨਹੀਂ ਹੈ ਨੇ ਜਿਹੜੇ ਇਸ ਵਕਤ ਬੈਰੂਨੇ ਮੁਲਕ ਸਾਡੇ ਉਹ ਭਾਈ ਮੌਜੂਦ ਨੇ ਜਿਹੜੇ ਹਰ ਵਕਤ ਗਰੁੱਪ ਦੇ ਅੰਦਰ ਸਾਡਾ ਜਜ਼ਬਾ ਵਧਾਉਂਦੇ ਰਹਿੰਦੇ ਨੇ ਸਾਨੂੰ ਪੁਸ਼ ਅਪ ਕਰਦੇ ਰਹਿੰਦੇ ਨੇ ਜਿਹੜੇ ਸਾਡੀ ਜ਼ਰੂਰੀਅਤ ਦਾ ਖਿਆਲ ਰੱਖਦੇ ਨੇ ਮੈਂ ਸਮਝਦਾ ਕੱਲਾ ਦੇ ਹਾਂ ਉਹਨਾਂ ਦਾ ਬਹੁਤ ਬੜਾ ਅਜਰ ਹੈ ਔਰ ਅੱਲਾ ਯਕੀਨਨ ਉਹਨਾਂ ਨੂੰ ਉਹਨਾਂ ਦਾ ਅਜਰ ਦੇਗਾ ਇੱਕ ਵਾਰੀ ਫਿਰ ਆने वाले तमाम मुअज़्ज़ज़ ਮਹਿਮਾਨਾਂ ਦਾ
مرزا برادران پڑھنے والی دی طرفوں خوش آمدید. جزاک اللہ. تھینک یو ویری مچ. ماشاءاللہ بہت شکریہ عابد صاحب ਤੁਹਾਡਾ ਤਾਵਨ ਦਾ ਇਜ਼ਹਾਰ ਜਿਹੜਾ ਸਾਡੇ ਵਾਸਤੇ ਇਹ ਹੌਸਲਾ ਅਫਜ਼ਾਈ ਹੁੰਦੀ ਹੈ. ਬਾਕੀ ਖੁਸ਼ਹਾਲ ਪੜ੍ਹਿਆਂ ਵਾਲੀ ਸੁਸਾਇਟੀ ਜਿਹੜੀ ਹੈ ਉਹ ਕੋਈ ਕਿਸੇ ਦੀ ਬਰਾਦਰੀਜ਼ਮ ਤੇ ਕੋਈ ਸਿਆਸੀ ਪਾਰਟੀ ਵੀ ਨਹੀਂ, ਨਾ ਕੋਈ ਇਹਦੀ ਕਮੇਟੀ ਇੱਕ ਜਿਹੜੀ ਕਿਸੇ ਖਾਸ ਮਖਸੂਸ ਬਰਾਦਰੀ ਦੀ ਵਜ੍ਹਾ ਤੋਂ ਟੁਰਦੀ ਹੈ ਪਈ. ਸਾਡੇ ਵਾਸਤੇ ਮਾਸ਼ਾਅੱਲਾ ਮਿਰਜ਼ਾ ਬਰਾਦਰਾਨ ਬਾਕੀ ਜਿੰਨੀਆਂ ਬਰਾਦਰੀਆਂ ਨੇ ਸਾਰੀਆਂ ਇਕੁਅਲ ਨੇ. ਲੇਕਿਨ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮਿਰਜ਼ਾ ਬਰਾਦਰਾਨ ਨੇ ਇੱਕ ਪਲੇਟਫਾਰਮ ਬਣਾ ਕੇ ਤੇ ਸਾਨੂੰ ਬਕਾਇਦਾ ਸਪੋਰਟ ਕਰਨੇ ਦਾ ਐਲਾਨ ਕੀਤਾ ਹੈ ਕਿ ਸਾਨੂੰ ਮਹਿਸੂਸ ਹੁੰਦਾ ਕਿ ਗਰੁੱਪ ਹੁਣ ਪੂਰਾ ਸਾਡੇ ਪਿੱਛੇ ਵੇ. ਇਹਦੇ ਵਾਸਤੇ ਉਹਨਾਂ ਦਾ ਬਹੁਤ ਸ਼ੁਕਰੀਆ. ਤੇ ਪੜ੍ਹਿਆਂ ਵਾਲੀ ਸੁਸਾਇਟੀ ਜਿਹੜੀ ਹੈ ਉਹ ਕਿਸੇ ਤਰਫ ਦੀ ਮੁਹਤਾਜ ਤੋਂ ਰਹਿ ਕੋ ਨਹੀਂ ਗਈ. 1.5 ਸਾਲ ਹੋ ਗਿਆ. ਸਾਰਿਆਂ ਨੂੰ ਪਤਾ ਹੈ ਕਿ ਇਹ ਤੱਕ ਸੁਸਾਇਟੀ ਨੇ ਕੀ ਕੀਤਾ ਵੇ, ਅੱਗੋਂ ਕੀ ਕਰਨੇ ਦਾ ਇਰਾਦਾ ਰੱਖਦੀ ਹੈ. ਤੇ ਉਸ ਜ਼ਬਰਦਸਤ ਕਿਆਦਤ ਨੂੰ ਮੈਂ ਦਾਵਤ ਦੇਣਾ ਚਾਹਾਂਗਾ ਜਿਨ੍ਹਾਂ ਦੇ ਅੰਡਰ ਅਸਾਂ ਇਹ ਸਾਰਾ ਮਾਮਲਾਤ ਚਲਾਏ, ਇਹਨਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਰਹੇ. ਜਨਾਬ ਸਦਰ ਜ਼ਹੀਰ ਬਾਬਾ ਰਸਦ ਸਾਹਿਬ ਤਸ਼ਰੀਫ ਤੇ ਹੁਣ ਥੋੜੀ ਗੁਫ਼ਤਗੂ ਫਰਮਾਨ. نحمده ونصلي على رسوله الكريم اما بعد فاعوذ باللہ من الشیطان الرجیم بسم اللہ الرحمن الرحیم. نہایت ہی واجب الاحترام جناب ناصر عباس تارڑ صاحب، ان کے ساتھ آئے ہوئے چوٹ تھیرا سے اعظم گوندل صاحب اور دوسرے ہمارے بھائی اسلم گوندل صاحب اور پریس کلب پاڑیاں والی کے ہمارے سینئر ترین صحافی جناب مظہر اقبال تارڑ صاحب، عابد حسین عابد صاحب اور مرزا برادری کے ہمارے سارے بزرگ، یہ ہمارے بھی بزرگ ہیں، ان کے زیر سایہ ہی ہم نے پرورش پائی ہے. ان سب کو میں خوشحال پاڑیاں والی سوسائٹی کے اس پلیٹ فارم سے خوش آمدید کہتا ہوں. میں ناصر عباس تارڑ صاحب کو چند ایک باتیں شیئر کرنا چاہتا ہوں جو میں سمجھتا ہوں کہ یہ خوشحال پاڑیاں والی سوسائٹی کا ہی وصف ہے. ایک تو جس طرح آج یہاں پہ ہم مرزا برادران کے دائرے میں موجود ہیں، اویئرنیس کا یہ سفر 12 نومبر 2019 کو شروع ہوا. ہم کو 20 نوجوان اکٹھے ہوئے اور ہم نے یہ ارادہ کیا کہ ہم پاڑیاں والی کی گندگی کو صاف کریں گے، پاڑیاں والی کو خوشحال بنائیں گے، سرسبز بنائیں گے، اور یہاں کے جو مکین ہیں ان کی جس قدر ہم مدد کر سکے، جہاں جو فیملیز متاثر ہیں ان کی ہم جس قدر مدد کر سکے ہم انشاءاللہ کریں گے. ابتدا میں 50,000 روپے پہلے دن جو فنڈ اکٹھا ہوا اس سے ہم نے اپنی فنڈنگ کا آغاز کیا، اور آج جب ہم کم و بیش 16-17 مہینے گزار چکے ہیں تو مجھے خوشی محسوس ہو رہی ہے کہ پاڑیاں والی کے اندرون ملک اور بیرون ملک بیٹوں نے 1 کروڑ روپیہ خوشحال پاڑیاں والی سوسائٹی کی گود میں ڈالا ہے. الحمدللہ خوشحال پاڑیاں والی سوسائٹی کم و بیش 80 لاکھ کے قریب خرچ کر چکی ہے، اور 20-25 لاکھ جو ہے وہ ہمارا موجود ہے جس کو ہم مختلف پروجیکٹ میں مرحلہ وائز خرچ کر رہے ہیں. جہاں ہم نے خوشحال پاڑیاں والی سوسائٹی کے پلیٹ فارم سے صفائی کا ایک ماڈل دیا. آپ جانتے ہیں آپ کے محلوں میں روڑیاں پڑی ہوئی تھیں، کچرے کے بڑے بڑے ڈھیر پڑے ہوئے تھے اور کوئی پرسان حال نہیں تھا. آندھی اڑاتی تھی اور کچھ گھروں میں اور کچھ فصلوں میں اور کچھ رستوں پر اور کچھ نالیوں کے اندر وہ جمع ہو جاتا تھا. ہم نے اسے اٹھوایا اور اب سارے لوگ دیکھتے ہیں، بتانے کی ضرورت نہیں کہ جس طرح صبح 5 رکنی ٹیم اٹھتی ہے اور رکشہ لے کے وہ سارے ڈرم خالی کرتی ہے، اور مہینے میں 1 دفعہ صفائی جس انداز سے ہوتی ہے، یہ یقیناً پچھلے بڑے لمبے عرصے کے بعد پاڑیاں والی کے اندر یہ سارا کچھ ہوا ہے. جس طرح صاف پانی مہم ہم نے شروع کی، 3را واٹر فلٹریشن پلانٹ الحمدللہ آج ہم اس کا افتتاح کرنے جا رہے ہیں، اور ہمارا ارادہ ہے کہ 2 واٹر فلٹریشن پلانٹ انشاءاللہ گاؤں کے وہ محلے جن کی رسائی ابھی ان 3 واٹر فلٹریشن تک نہیں، انشاءاللہ ہم وہاں تک یہ پہنچیں گے. اس رمضان المبارک میں جہاں ہم نے صفائی ستھرائی کا کام کیا، جہاں ہم نے پاڑیاں والی کو سرسبز بنانے کے لیے آپ روڈ سے گزرتے ہیں پودے لگے ہوئے ہیں، جہاں ہم نے جنازہ گاہ تعمیر کیا، یہ ایک وہ خاص چیز ہے جو ہمارے بہت سارے پروجیکٹ کو بالکل نمایاں کر کے رکھ دیتی ہے.
آپ لوگ جاتے ہیں جنازہ پڑھتے ہیں، آپ لوگ عزت فیل کرتے ہوں گے، آپ لوگ آنر فیل کرتے ہوں گے، آپ لوگ فخر محسوس کرتے ہوں گے کہ میرا مہمان کو کھیاں سے، کو پھالیا سے، کو جکالیاں سے آیا ہے، تو میں اسے دکھاتا ہوں کہ یہ میرے گاؤں کی جنازہ گاہ ہے، یہ ایک صاف ستھری جگہ ہے۔ وہ بندہ یہاں سے جاتا ہے، متاثر ہو کے جاتا ہے، سوچتا ہے یار میں زندہ دل لوگوں کے درمیان آیا ہوں، میں باذوق لوگوں کے درمیان آیا ہوں، اور یہ وہ لوگ ہیں کہ جنہوں نے اپنے گاؤں کو خوبصورت بھی بنایا ہے اور جنازہ گاہ پر بھی اتنے پیسے خرچ کیے ہیں کہ اسے واقعتاً قابل دید بنا دیا ہے۔ اسی طریقے سے اس رمضان المبارک میں ہماری جو پبلک ریلیف کمیٹی ہے، ہم نے یہ اعلان کر رکھا ہے اور آج بھی ہم یہاں اس سٹیج سے اعلان کر رہے ہیں، پاڑیاں والی کا کوئی مستحق گھرانہ جس کے گھر میں راشن نہ ہو، جس کے گھر میں کوئی مریض پڑا ہوا ہو، جس کے بچے تعلیم کی وجہ سے پریشان ہوں، خوشحال پاڑیاں والی سوسائٹی رات کی تاریکی میں اس کی پریشانی کو دور کرے گی اور کسی کو خبر بھی نہیں ہوگی۔ ہمارا یہ اعلان ہے، اگر آپ کے آس پاس آپ بھی کوئی ایسا گھرانہ ہے جس کے گھر میں راشن نہیں، جس کے ہاں کوئی اس طرح کی پریشانی موجود ہے، ہماری 4 رکنی ہم نے ریلیف کمیٹی، ہمارے خالد بھائی ہیں، خالد منور بھائی، رانا مدثر ہیں، زاہد منظور ہیں، اور ظہور بھائی بھی اس کمیٹی کا حصہ تھے جب وہ یہاں تھے، تو یہ 4 رکنی کمیٹی کو آپ لوگ کسی بھی اپنے بھائی کی طرف سے توجہ دلا سکتے ہیں کہ یہ ہمارا بھائی جو ہے اس کو مدد کی ضرورت ہے۔ انشاءاللہ پاڑیاں والی کا کوئی گھرانہ ایسا نہیں رہے گا کہ جس کو باہر سے جا کے کسی جگہ مانگنے کی ضرورت ہو۔ انشاءاللہ ہم نے 3.5 لاکھ روپیہ ابھی یہ 10 رمضان سے پہلے نقدی ان گھرانوں کے اندر پہنچا دی ہے، اور انشاءاللہ ہمارا ارادہ ہے کہ عید سے پہلے عیدی کی مد میں 5-6 لاکھ روپیہ انشاءاللہ مزید ہم ان گھرانوں تک پہنچائیں گے۔ وہ فنڈ اکٹھا ہو رہا ہے، کوئی بھائی اس سعادت کا حصہ بننا چاہتا ہو، کوئی اس خوش بختی کا حصہ بننا چاہتا ہو تو وہ بن سکتا ہے۔ باقی میرے بھائیوں، خوشحال پاڑیاں والی سوسائٹی کے جو ثمرات ہیں، جس طرح گاؤں کے اندر پیار اور محبت کی فضا قائم ہوئی ہے، میں جانتا ہوں، آپ بھی جانتے ہیں، ہماری مرزا برادری کے اندر کچھ عرصہ پہلے اختلافات تھے، لیکن خوشحال پاڑیاں والی سوسائٹی کی برکت سے آج یہ خاندان پھر شیر و شکر ہو گئے ہیں، آج یہ پھر ایک پلیٹ فارم کے اوپر جمع ہو گئے ہیں، اور اللہ کا یہ جتنا احسان اور جتنا شکر اس پہ ادا کیا جائے اتنا یہ کم ہے۔ آج کا واٹر فلٹریشن پلانٹ جس طرح جناب عابد حسین عابد صاحب نے بتایا کہ مرزا برادران، ہمارے بزرگ حاجی نادر صاحب بیٹھے ہوئے ہیں، جناب مرزا منظور صاحب بیٹھے ہوئے ہیں، ساتھ عمران اسد انہوں نے اپنے والد کے وہ اصالہ ثواب کے لیے دیا ہے، تو یہ بھی دونوں بھائی اس وقت یہاں پہ موجود ہیں، اور باقی ساری ان کی برادری بھی ان کی پشت کے اوپر کھڑی ہوئی ہے۔ جس طریقے سے انہوں نے یہ دارا کے اندر حال ہی میں ٹف ٹائل لگائی ہے، اندر ٹائل لگائی گئی ہے، ٹھیک ہے، اسی طریقے سے واٹر فلٹریشن پلانٹ کا کمرہ بنا اور اس کے بعد الحمدللہ انسٹال ہو کے لوگوں کو صاف ستھرا پانی ملنا شروع ہو گیا ہے۔ میرے بھائیوں، انشاءاللہ ہمارا ارادہ ہے کہ جب تک ہمارے دم میں دم ہے، پاڑیاں والی کو خوشحال بنانے کے لیے، پاڑیاں والی کے مسائل کو کم کرنے کے لیے ہم اپنے تائیں پوری کوشش کریں گے۔ ہم منتخب نمائندوں سے جو یہاں سے ووٹ لیتے ہیں، جو یہاں سے سپورٹ لیتے ہیں، یقین کریں ہم مایوس ہو کہ ہم نے اپنے طور پہ یہ قدم اٹھایا، اور ہم آج یہ انہیں برملا کہتے ہیں کہ اگر آج آپ نے خوشحال پاڑیاں والی سوسائٹی کو سپورٹ نہ کیا، ہمارے گاؤں کے مسائل حل نہ کیے، تو پھر سوچئے گا کہ اب کل کس منہ سے پاڑیاں والی کے اندر ووٹ مانگنے کے لیے آئیں گے۔ ہمارے چونکہ مجموعی طور پر اداروں کی بھی یہی صورتحال ہے، ادارے اپنے فرائض نہیں نبھا رہے، تو میں آخر پر چند اشعار کے ساتھ سید قاسم کے یہ اشعار ہیں پنجابی میں، امید ہے ہمارے بزرگوں کو بھی انشاءاللہ پسند آئیں گے۔ ان کی بڑی ایک طویل نظم ہے، پچھلے دنوں بڑی پبلک ہوئی، وہ اس کا آغاز تھا حضرت آدم علیہ السلام کو جنت سے نکالے جانے کا، جس طرح ان کو جنت سے نکالا گیا۔ وہ کہتے ہیں میں دانا کھادا کنک دا، میں دانا کھادا کنک دا تو جنتوں دتا کڈ، میں دانا کھادا کنک دا تو جنتوں دتا کڈ، میں کنک نہ چھڈی پھر بھی میں ہوڑی کٹک اجڈ، میری لاش نو گرجاں چونیا
میرے سانسیاں چال ہے ہڈ گوئے پنیا ویر نہ مکدا میں بندہ تو رحمان مینوں اوراں دتیاں چھبیاں تے مینوں چگ دے رہ گلمان مینوں اس جانوں کڈے ہوئی تے مینوں سٹے ہوئی اس جان جتھے چور اچکا چودھری جتھے لنڈی رن پردھان اس ملک دے وچ چور اچکے جن کا کام لوگوں کو لوٹنا لوگوں کے مالوں پہ ڈاکے ڈالنا وہ ہماری اسمبلیوں میں موجود ہیں وہ ہماری قیادتیں کرتے پھر رہے ہیں لیکن انشاءاللہ پڑھنے والی کے ان زندہ دل لوگوں کا پڑھنے والی کے اوورسیز کا ہمارے وہ اوورسیز بھائی جو دنیا کے مختلف ممالک میں اس وقت موجود ہیں میں آج ان کو سیلوٹ پیش نہ کروں تو بڑی بددیانتی ہوگی کہ جنہوں نے مختصر عرصہ کے اندر نہ صرف پردیس کے اندر رہ کر ہماری خوشحال پڑھنے والی سوسائٹی کو بھرپور مالی تعاون فراہم کیا اپنی مشاورت دی اور اپنے مشوروں سے ہمارے شانہ بشانہ اور آج الحمدللہ یوں محسوس ہوتا ہے یقین کریں کہ 600-700 افراد ہیں ایسے لگتا ہے ہم ایک خاندان کے لوگ ہیں ایک ٹبر ہے ہمارا ایک ہمارا قبیلہ ہے کوئی ہماری ذات نہیں کوئی ہماری بات نہیں کوئی ہماری نسل نہیں ہم سارے مسلمان ہیں ہم سارے بنی آدم ہیں اور سب کو بنی آدم ہونے پہ فخر ہے اور یہی ہماری سوسائٹی کا خاصہ ہے اللہ آپ سب کو سلامت رکھے پڑھنے والی کے بیٹوں کو سلامت رکھے اور ان نوجوانوں کو سلامت رکھے کہ جو اپنا آج آپ کے کل کے لیے اور آنے والی نسلوں کے لیے قربان کر رہے ہیں بہت شکریہ یہ تھے محترم ظہیر بابر اسد صاحب صدر خوشحال پڑھنے سوسائٹی اب میں بلا تاخیر دعوت دوں گا ہمارے آج کے مہمان خصوصی جناب ناصر عباس تارڑ صاحب کو آپ صدر ہیں اوورسیز ٹرسٹ کے کل ناصر عباس تارڑ صاحب نے چوٹ دیرہ میں اپنی رہائشگاہ پر ایک جتنی بھی منڈی بہاؤالدین کی ویلفیئر سوسائٹیز ہیں ان کا ایک اجتماع اکٹھ کیا تھا جس میں تقریباً 70 کے لگ بھگ سوسائٹی نے شرکت کی تھی تو کل انہوں نے اپنا ایک پروگرام بھی دیا تھا اس پروگرام میں اپنا ایک مشن دیا تھا تو امید ہے وہ آج بھی ہم سے شیئر کریں گے آپ کی بھرپور تالیوں میں میں دعوت دیتا ہوں ناصر عباس تارڑ صاحب کو اعوذ باللہ من الشیطان الرجیم بسم اللہ الرحمن الرحیم میں انتہائی مشکور ہوں خوشحال پڑھنے والی سوسائٹی ظہیر بھائی اور مرزا برادران کو مبارکباد دیتا ہوں کہ انہوں نے صاف پانی اللہ کے رسول کی عظیم سن میں سے ہے کہ صاف پانی پلانے سے جو ہے وہ اللہ تعالیٰ خوش ہوتا ہے اور جہاں تک خوشحال پڑھنے والی سوسائٹی جو پروجیکٹس ہیں جس طرح آپ کی ٹیم جو ہے میں سمجھتا ہوں کہ سب سے زیادہ کریڈٹ جو ہے وہ تو جاتا ہے اوورسیز جو ہے آپ کے ہیں جس طرح آپ ساری ٹیم نے اور آپ کے جو اوورسیز ہیں انہوں نے گروپس میں سے میں نے تھوڑا سا آپ کے وہ جو فیس بک پیج ہے اس کو بھی دیکھا کہ مختلف گروپ میں سے سارے لوگ ملتے ہیں کوئی 25 یورو ڈال رہا ہے کوئی 400 درہم میں یورو میں تو یہ ایک بہت بڑا کام ہے جو آپ کی سوسائٹی نے ایک 1.5 سال میں کیا 70 سال میں پاکستان بننے سے آج تک جو ہے وہ آپ کے گاؤں میں یہ کام نہیں ہو سکے اور آپ کا اعتماد جو ہے وہ بتاتا ہے مجھے آج ظہیر بھائی بات کر رہے تھے عابد حسین عابد صاحب نے بھی یہ بات کی کہ ہمیں پیسوں کی فکر نہیں ہے ہمیں یہ کوئی ٹینشن ہی نہیں ہے کہ ہم جتنے پیسے چاہیے ہم ایک پوسٹ لگاتے ہیں ہم ایک اپیل کرتے ہیں تو اس کے اوپر جو لوگ ہیں وہ لبیک کرتے ہیں اور ہمارے لیے پیسے جو ہیں وہ اکٹھے ہو جاتے ہیں آپ کا جو ماڈل ہے اس پڑھنے والی کا اس کو مزید جو ہے تنظیموں کو وہ بھی میں چاہوں گا کہ وہ آئیں اس آپ کے جو پروجیکٹس ہیں ان کو وزٹ کریں اور انشاءاللہ تعالی ضلع کے حوالے سے جہاں تک بات ہے کہ اپنے حصے کی شمع جلانے والے ہیروز جو آپ کی طرح ہیں ان کو ہم گلی محلے گاؤں سے ڈھونڈ رہے ہیں کہ جو اچھائی کا کام کر رہے ہیں ان کا حق ہے کہ وہ ٹی وی کے اوپر بھی آئیں وہ اپنے علاقے اور محلے لوگوں کے ساتھ مواخات کا جو وہ پیغام پھیلا رہے ہیں ان کو مزید ڈھونڈنے میں آپ بھی ہماری مدد کریں
हम पूरा जो ज़िला है मंडी बहाउद्दीन इसको फलाही ज़िला तब ही बना सकते हैं जब हर गांव में से मुस्बत सोचने वाले, दूसरों के बारे में सोचने वाले, अपने दामन की खुशियां जो हैं उसको फैलाने वाले और दूसरों के दुख में शरीक होने वाले लोग आएंगे। तो ये आपका जो काम है वो बाबा इशफाक साहब की मैं एक बात जो है वो यहाँ पे वो सफर कर रहे थे, तो बाबा जी जब गुजरांवाला पहुंचे तो उन्होंने देखा एक नीचे 3 फकीर जो है वो पैसे मांग रहे थे। तो उन्होंने उतरते ही एक को बुलाया और उसको कहा कि आप बादशाह बनना चाहते हो? तो उसने कहा जी हाँ बताएं। उन्होंने कहा कितने पैसे हैं? उसने कहा जी मेरे पास जो है वो 17 रुपए हैं, वो मैंने इकट्ठे किए हैं। उन्होंने कहा कि जाओ उस दुकान के सामने ना उधर से जलेबी लेके आओ। वो जलेबियां लेके आ गया। उन्होंने कहा कि अब ये जो बाकी हैं आपके साथ जो फकीर हैं इन सबको बांट दो। तो उसने कहा कि वो ऐसे ही किया, उसने बांट दी। तो कहा जी वो मुझे आपने कहा था कि मैं आपको बादशाह बनाना चाहता हूँ। तो उन्होंने कहा कि ये जो आपने किया है क्या ये बादशाहों वाला काम नहीं है कि आपने सारे जो जमा किए थे वो आपने तकसीम कर दिए, तो यही बादशाही होती। और ये जो आपके साथ तामन करने वाले लोग हैं आपकी सोसाइटी के साथ, ये हीरोज हैं आपके असल में। एक बार फिर में जो है वो ओवरसीज जो आपके हैं खास तौर पे वो बड़ी मुश्किल से कमाई करते हैं। आप अपनी मुश्किल से कमाई हुई दौलत में से अपने गांव के साथ मवाखात जो है वो कर रहे हैं। जहाँ तक सियासतदानों का तल्लक है, इस हलके के जो जो भी मुंतखब नुमाइंदे हैं उनको भी चाहिए कि आपकी जो सोसाइटी है इसके साथ तावन करें। ज़रूरी नहीं उनको नज़र आ रहा है सड़कें खराब हैं, आपकी जहाँ पे अपग्रेड होने वाली है, बिजली के मामलात हैं, जो जहाँ भी काम होने वाला है तो उनका भी हिस्सा है इसी मुल्क का। वो भी इन्हीं लोगों के वोटों से वो मुंतखब हुए हैं और जो फंड आएगा वो भी उसी में से हमारे ज़िला का जो रेवेन्यू है वो भी वहाँ जाता है। तो उनका हक है वो देखते हो। इंशाअल्लाह ताला मुझे बड़ी उम्मीद है कि वो ज़रूर जो है इस तरफ आएंगे, आपकी जो सोसाइटी है इसके लिए काम करेंगे। ज़हीर साहब की खिदमात और आपके जितने जो मेंबर्स हैं, स्पेशल तौर पे जो मिर्ज़ा बरादरान हैं, इन्होंने बड़ा मुतासर किया। जिस तरह इन्होंने एक बहुत अरसा पहले ये खिदमत का काम कर रहे हैं, अब मज़ीद इन्होंने साफ़ पानी का प्लांट लगाकर इस महल्ले के लिए, इस गाँव के लिए हमें अपनी मसाजिद जो है इनको आबाद करने भी चाहिए। जिस तरह मस्जिद मैंने देखी बड़ी साफ़-सुथरी मुनज़्ज़म मस्जिद है। आप सभी लोग जो हैं आप मैक्सिमम इस सोसाइटी का हिस्सा हैं। तमाम जो गाँव है इनके लोगों को जो है वो भी इस सोसाइटी का खुशहाल पढ़ने वाली का हिस्सा होना चाहिए। ये सोसाइटी आपको एक जोड़ने का ज़रिया है, ये आपकी बेहतरीन दुनिया और आखिरत में बख्शिश का ज़रिया है। इसमें जो मोहब्बत का पैगाम है, जो भलाई का पैगाम है, ये ही हमारा अकीदा भी है, यही नबी पाक सल्लल्लाहु अलैहि वसल्लम की सुन्नत है, हुकूकुल इबाद। तो ये सारा काम जो है हुकूकुल इबाद के ऊपर है। मैं समझता हूँ कि ये ज़िला मंडी बहाउद्दीन जो है, ये पाकिस्तान को इंशाअल्लाह ताला आने वाले चंद महीनों में लीड करने वाला ज़िला होगा। उस ट्रैक के ऊपर हम जा रहे हैं जिसमें तनकीद की और बहस की, फ़ज़ूल कामों की कोई गुंजाइश नहीं है। ये ज़िला हमारा मालो माल है दौलत से, ज़हीन लोगों से, खुददार लोगों से और दिलेर लोगों से, ब्यूरोक्रेसी में, जजेस में, ओवरसीज़ में, जहाँ हमें अल्लाह ताला ने जितनी ज़्यादा ये नेमतें दी हैं, जहाँ इतनी ही हमारे ऊपर ज़्यादा ज़िम्मेदारी आयद होती है कि हम जो है वो अपने ज़िले से निकल कर, अपने गाँव से निकल कर हम पूरे पाकिस्तान की भलाई के लिए काम करें। मैं आप सबका इंतहाई मशकूर हूँ। खुशहाल पाड़ियाँ वाली सोसाइटी की तमाम टीम को, मेंबरान को खूबसूरत काम करने पर मैं उनको मुबारकबाद पेश करता हूँ। उनका तहे दिल से पाड़ियाँ वाली के तमाम अवाम की तरफ से भी मैं उनका शुक्रिया अदा करना चाहता हूँ। आप सब लोगों की ये नुमाइंदगी कर रहे हैं, इसमें हर बंदा को दिल खोल कर हिस्सा डालना चाहिए। मैं आपका इंतहाई मशकूर हूँ। पाकिस्तान जिंदाबाद, खुशहाल पाड़े वाली सोसाइटी पाइंदाबाद।
یہ بھی انشاءاللہ تیسرے واٹر فلٹریشن پلانٹ کا انتخاب کیا جائے گا. پین کٹنا ہے. پریشان ہو گیا کینچی کدھر لے گئی قربانی کے لیے کٹ کے ہونا چاہتا ہے. الصلاة والسلام على نبينا المرسلين ربنا ظلمنا انفسنا وان لم تغفر لنا وترحمنا. یا اللہ جن لوگوں نے مخلوق خدا کے لیے صاف پانی کا بندوبست کیا ہے میرے اللہ ان کے لیے حوض کوثر کے اوپر اپنا انتظام فرما. میرے اللہ ان کے لیے حوض کوثر کے اوپر اپنا انتظام فرما. یا اللہ ان کو اجر جزیل عطا فرما. ان کے مرحومین کی مغفرت فرما اور ہم سب کے مرحومین کی مغفرت فرما. خوشحال پڑھنے والی سوسائٹی کے لیے کام کرنے والے تمام لوگوں کو میرے اللہ اجر جزیل عطا فرما. سب کے گھروں کے اندر خیر و برکت کا نزول فرما. صلی اللہ تعالی علیہ وسلم. سارے بہت ساری بات یہ سائٹ بات بھائی سامان میں سوسائٹی نہیں جی جناب